सतनाम श्री वाहिगुरु साहिब जी। बिलावल महला तीजा, पूरा थाट बनाया पूरा, वेखो एक समाना। इस परपंच मह साचे नाम की वड्याई, मत को तरहो गुमाना। पूरा थाट बनाया पूरा, वेखो एक समाना। इस परपंच मह साचे नाम की वड्याई, मत को तरहो गुमाना। सतगुर की जिसनो मत आवे, सो सतगुर माहे समाना। एह बाणी जो जियो जाने, तिस अंतर रवै हर नामा। रहाओ चाहो जुगा का हुन निबेड़ा, नर मनुख नो एक निदाना। जत संजम तीरथ ओना जुगा का धर्म है, काल मह कीरत हर नामा। जुग जुग आपो अपना धर्म है, सोद देखो वेद पुराना। गुरमुख जिनीते आया हर हर, जागते पूरे परवाना। कहत नानक सच्चे स्यो प्रीत लाए, चूकै मन अभिमाना। कहत सुनत सभे सुख पावै, मानत पाहे निदाना। कहत नानक सच्चे स्यो प्रीत लाए, चूकै मन अभिमाना। कहत सुनत सबे सुख पावै, मानत पाहे निदाना। वाहिगुरु जी का खालसा, वाहिगुरु जी की फतेह। जुगो जुग अटल दसां पातशाहियां दी आत्मक जागदी जोत, हाजरा हजूर जहरा जहूर सर्ब कला भरपूर। बाणी गुरु गुरु है बाणी, विच बाणी अमृत सारे। गुरबाणी कहे सेवक जन मानै, परतख गुरु निस्तारे। धन 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 श्री गुरु ग्रंथ साहिब जी महाराज जी दी पावन पवित्र हजूरी अंदर अमृत वेले दे सजे हुए सचखंड दीवाना च हाजरियां भर रही गुरु की साजी और निवाजी हुई। सतगुरां दे परम प्यार च परोती हुई, गुरु रंग च रंगी हुई। गुरु खालसा साध संगत जीओ, धनता दे पात्र हो। नौवें पातशाह जगत गुरु तेग बहादुर सिमरिया, घर नौ निध आवै धाए, सब थाई होए सहाय। सतगुरु नौवें पातशाह दे पावन पवित्र दरबार विच नतमस्तक हो के
ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਰਬ ਆਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਗੁਰਦੇਵ ਜੀ ਨੇ ਅੰਮ੍ਰਿਤ ਵੇਲੇ ਪਾਵਨ ਸ੍ਰੀ ਮੁਖ ਵਾਕ ਦੀ ਦਾਤ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ। ਗੁਰਬਾਣੀ ਦੀ ਪਾਵਨ ਪਵਿੱਤਰ ਵਿਚਾਰ ਨਾਲ ਜੁੜੀਏ, ਇਕਾਗਰਤਾ ਬਣਾਉਣ ਨਿਮਿਤ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਤੀਜਾ। ਪੂਰਾ ਥਾਟ ਬਣਾਇਆ ਪੂਰਾ, ਵੇਖੋ ਏਕ ਸਮਾਨਾ। ਬਿਲਾਵਲ ਰਾਗ ਹੈ ਔਰ ਪੰਜਵੇਂ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਸ੍ਰੀ ਮੁਖਵਾਕ ਸ਼ਬਦ ਹੈ। ਪੂਰਾ ਥਾਟ ਬਣਾਇਆ ਪੂਰਾ, ਵੇਖੋ ਏਕ ਸਮਾਨਾ। ਪੂਰੇ ਨੇ ਜਿਹੜਾ ਇਹ ਥਾਟ ਬਣਾਇਆ ਨਾ, ਇਹ ਪੂਰਾ ਹੀ ਹੈ, ਉਹਨੇ ਇਹਦੇ 'ਚ ਕੋਈ ਕਮੀ ਨਹੀਂ ਰੱਖੀ। ਅਧੂਰੇ ਲੋਕਾਂ ਦੀਆਂ ਬਣਾਈਆਂ ਵਸਤੂਆਂ ਅਧੂਰੀਆਂ ਹੁੰਦੀਆਂ ਨੇ, ਪਰ ਪੂਰੇ ਨੇ ਜੋ ਕੁਝ ਕੀਤਾ ਪੂਰਨ ਹੀ ਬਣਾਇਆ। ਇਹ ਜਿਤਨਾ ਵੀ ਥਾਟ ਸੰਸਾਰ ਦਾ, ਪ੍ਰਕਿਰਤੀ ਦਾ, ਕੁਦਰਤ ਦਾ, ਇਹ ਪਾਰ ਬ੍ਰਹਮ ਪਰਮੇਸ਼ਰ ਨੇ ਪੂਰਾ ਹੀ ਬਣਾਇਆ, ਇਹਦੇ ਵਿੱਚ ਕੋਈ ਕਮੀ ਤਾਂ ਨਹੀਂ ਰੱਖੀ। ਜਿਸ ਜਿਸ ਜੀਵ ਨੂੰ ਜੋ ਜੋ ਚਾਹੀਦਾ ਸਭ ਕੁਝ ਇਹਦੇ ਵਿੱਚ ਪਰਮੇਸ਼ਰ ਨੇ ਬਣਾ ਕੇ ਰੱਖਿਆ ਹੋਇਆ। ਹਰ ਚੀਜ਼ ਦੀ ਘਾੜਤ ਪਾਰ ਬ੍ਰਹਮ ਪਰਮੇਸ਼ਰ ਨੇ ਬੜੇ ਪੂਰਨ ਢੰਗ ਦੇ ਨਾਲ ਘੜੀ ਹੈ। ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਤੇ ਊਣਤਾਈ ਸਾਰੇ ਪਸਾਰੇ ਵਿੱਚ ਨਹੀਂ ਰਹਿਣ ਦਿੱਤੀ। ਮਨੁੱਖੀ ਸਰੀਰ ਦੀ ਬਣਤਰ ਦੀ ਗੱਲ ਕਰੀਏ, ਚਾਹੇ 84 ਲੱਖ ਜੂਨੀਆਂ ਦੀ ਬਣਤਰ ਦੀ ਗੱਲ ਕਰੀਏ, ਚਾਹੇ ਬਨਸਪਤੀ ਦੀ ਗੱਲ ਕਰੀਏ, ਧਰਤੀ, ਚੰਦਰਮਾ, ਸੂਰਜ, ਤਾਰੇ, ਨਖੱਤਰ, ਆਕਾਸ਼, ਜੋ ਕੁਝ ਵੀ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਦਾ ਬਣਾਇਆ ਹੋਇਆ ਪੂਰਾ ਹੈ। ਮਹਾਰਾਜ ਜੀ ਕਹਿੰਦੇ ਪੂਰੇ ਦਾ ਬਣਾਇਆ ਹੋਇਆ ਥਾਟ ਪੂਰਾ ਹੈ। ਅਸੀਂ ਇੱਕ ਛੋਟਾ ਜਿਹਾ ਮਕਾਨ ਬਣਾਉਣਾ ਹੋਵੇ, ਆਪਣੇ ਵੱਲੋਂ ਪੂਰਾ ਦਿਮਾਗ ਲਾ ਕੇ ਹਰ ਇੱਕ ਚੀਜ਼ ਹਰ ਇੱਕ ਥਾਂ ਤੇ ਅਸੀਂ ਕੋਈ ਊਣਤਾਈ ਰਹਿਣ ਦਾ ਯਤਨ ਨਹੀਂ ਕਰਦੇ ਵੀ ਇੱਥੇ ਰਹਿ ਨਾ ਜਾਏ। ਚੰਗੇ ਤੋਂ ਚੰਗੇ ਇੰਜੀਨੀਅਰ ਨੂੰ ਸੱਦ ਕੇ ਉਹਦੀ ਸਲਾਹ ਲੈ ਲੈ ਕੇ ਫਿਰ ਅਸੀਂ ਉਹਦੀ ਬਣਤਰ ਬਣਾਉਂਦੇ ਹਾਂ। ਬਣ ਜਾਵੇ ਤੇ ਬਾਅਦ ਵਿੱਚ ਪੂਰਨ ਤੌਰ ਤੇ ਮਿਸਤਰੀਆਂ ਨੂੰ ਵੀ ਘਰੋਂ ਕੱਢ ਦਿੱਤਾ ਜਾਏ ਵੀ ਹੁਣ ਇਹ ਪੂਰਨ ਹੋ ਗਿਆ, ਬਣ ਗਿਆ, ਪਰ ਫਿਰ ਵੀ ਅੰਦਰ ਜਾ ਕੇ ਕਹਿੰਦੇ ਆਹ ਚੀਜ਼ ਰਹਿ ਗਈ, ਇੱਥੇ ਆਹ ਏਦਾਂ ਕਰ ਲੈਂਦੇ ਤੇ ਠੀਕ ਹੋ ਜਾਂਦਾ। ਹੁਣ ਤਾਈ ਤਾਂ ਫਿਰ ਵੀ ਸਾਨੂੰ ਦਿਸਦੀ ਹੈ ਨਾ, ਫਿਰ ਵੀ ਅਸੀਂ ਆਪਣੇ ਪੱਲੋਂ ਪੂਰਾ ਯਤਨ ਕਰਕੇ ਕਰਦੇ ਹਾਂ, ਫਿਰ ਵੀ ਉਹਦੇ ਵਿੱਚ ਕੋਈ ਨਾ ਕੋਈ ਊਣਤਾਈ ਕਮੀ ਰਹਿ ਜਾਂਦੀ ਹੈ। ਅਧੂਰੇ ਮਨੁੱਖਾਂ ਦੀਆਂ ਕ੍ਰਿਤਾਂ ਵੀ ਅਧੂਰੀਆਂ ਨੇ, ਪੂਰੇ ਦੀ ਜਿਹੜੀ ਕ੍ਰਿਤ ਹੈ ਉਹ ਪੂਰਨ ਹੈ। ਉਹਨੇ ਜੋ ਕੀਤਾ ਪੂਰਾ ਕੀਤਾ। ਉਹ ਇੱਕ ਵਿਅੰਗ ਸੁਣਾਇਆ ਕਰਦੇ ਆ ਕਈ ਮਹਾਂਪੁਰਸ਼, ਤੁਰਿਆ ਜਾਵੇ ਇੱਕ ਸੱਜਣ, ਅੱਜ ਕੱਲ ਦਾ ਮੌਸਮ ਸੀ ਤੇ ਅੱਜ ਕੱਲ ਜਿਹੜੇ ਤਰਬੂਜ ਜਿਹੜੇ ਨੇ ਉਹ ਬੜੇ ਲੱਗਦੇ ਆ। ਵੇਲ ਵੇਖੀ ਤੇ ਵੇਲ ਨੂੰ ਵਾਹਵਾ 5-4 ਕਿਲੋ ਦਾ ਵੱਡਾ ਤਰਬੂਜ ਲੱਗਾ ਹੋਇਆ। ਕਹਿੰਦਾ ਰੱਬਾ ਵੀ ਤੈਨੂੰ ਵੀ ਕਿਸੇ ਨੇ ਅਕਲ ਨਹੀਂ ਦਿੱਤੀ, ਇਹ ਨਿੱਕੀ ਜੀ ਵੇਲ ਹੈ ਤੇ ਇਹਨੂੰ ਐਡਾ ਵੱਡਾ ਤਰਬੂਜ ਲਾਇਆ ਹੋਇਆ। ਅੱਜ ਕੱਲ ਅੰਬ ਵੀ ਲੱਗਦੇ ਐ। ਧੁੱਪ ਸੀ, ਦਰਖਤ ਦੀ ਛਾਂ ਥੱਲੇ ਜਾ ਕੇ ਲੇਟ ਗਿਆ ਤੇ ਉੱਤੇ ਆਕਾਸ਼ ਵੱਲ ਨਿਗਾਹ ਗਈ ਤੇ ਅੰਬ ਨੂੰ ਵੇਖਿਆ, ਕਹਿੰਦਾ ਐਡਾ ਵੱਡਾ ਦਰਖਤ ਤੇ ਨਿੱਕੀਆਂ ਨਿੱਕੀਆਂ ਅੰਬੀਆਂ ਲਾਈਆਂ। ਵੀ ਰੱਬ ਨੂੰ ਵੀ ਪਤਾ ਨਹੀਂ, ਕਿਸੇ ਨੇ ਅਕਲ ਨਹੀਂ ਦਿੱਤੀ ਵੀ ਉਹ ਨਿੱਕੀ ਜੀ ਵੇਲ ਉਹਨੂੰ ਐਡਾ ਵੱਡਾ ਤਰਬੂਜ ਲਾਇਆ।
एडा वड्डा अंब दा दरखत, इहनूं निक्कियां निक्कियां अंबियां लाईयां होईयां। ਇਹ ਸੋਚਦਿਆਂ ਇਹਦੀ ਅੱਖ ਲੱਗ ਗਈ ਤੇ ਸੌਂ ਗਿਆ। ਉੱਤੋਂ ਹਵਾ ਦੇ ਨਾਲ ਇੱਕ ਨਿੱਕੀ ਜੀ ਅੰਬੀ ਜ਼ਮੀਨ ਤੇ ਡਿੱਗੀ, ਟੁੱਟ ਕੇ ਤੇ ਇਹਦੀ ਨੱਕ ਤੇ ਆ ਕੇ ਵੱਜੀ। ਜਦੋਂ ਨੱਕ ਤੇ ਵੱਜੀ ਤੇ ਇੱਕਦਮ ਹਵੜਾ ਕੇ ਉੱਠਿਆ, ਦਰਦ ਨਾਲ ਤਰਾਹ ਨਿਕਲ ਗਈ, ਚੀਕ ਨਿਕਲ ਗਈ। ਕਹਿੰਦਾ ਰੱਬਾ ਤੂੰ ਬਿਲਕੁਲ ਸਹੀ ਕੀਤਾ, ਜੇ ਕਿਤੇ ਤਰਬੂਜ ਡਿੱਗਦਾ ਨੱਕ ਤੇ ਖਬਰੇ ਕੀ ਬਣਦਾ। ਇਹ ਤਾਂ ਹੈ ਹੀ ਨਿੱਕੀ ਜੀ ਅੰਬੀ ਸੀ। ਇਹ ਵਿਅੰਗ ਹੈ, ਪਰ ਇਹਦੇ ਵਿੱਚ ਮਨੁੱਖ ਦੀ ਫਿਤਰਤ ਦਾ ਸੁਭਾਅ ਵਰਣਨ ਹੈ ਕਿ ਪੂਰੇ ਨੇ ਜੋ ਕੁਝ ਕੀਤਾ ਉਹਦੀ ਬਣਾਈ ਹੋਈ ਬਣਾਵਟ ਦੇ ਵਿੱਚ ਅਸੀਂ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਕੱਢ ਸਕਦੇ। ਉਹਨੇ ਜੋ ਬਣਾਇਆ ਪੂਰਾ ਕੀਤਾ। ਤੋ ਪੂਰੇ ਦਾ ਬਣਾਇਆ ਹੋਇਆ ਇਹ ਥਾਟ ਪੂਰਾ, ਔਰ ਇਸ ਥਾਟ ਨੂੰ ਬਣਾ ਕੇ ਫਿਰ ਉਹ ਇਹਨਾਂ ਸਾਰਿਆਂ ਵਿੱਚ ਇੱਕ ਸਮਾਨ ਪੂਰਿਆ ਵੀ ਹੋਇਆ, ਬਣਾ ਕੇ ਫਿਰ ਉਹਦੇ ਵਿੱਚ ਵਸਦਾ ਹੈ। ਇਹੀ ਤਾਂ ਪੂਰਨ ਪਰਮੇਸ਼ਰ ਦੀ ਖੇਡ। ਤਦੇ ਉਹਨੂੰ ਪੁਰਖ ਕਹਿੰਦੇ ਨੇ ਨਾ। ਪੁਰਖ ਦਾ ਮਤਲਬ ਹੁੰਦਾ ਵੀ ਕਰਕੇ ਤੇ ਫਿਰ ਉਹਦੇ ਵਿੱਚ ਵਸਣਾ। ਕਰਤਾ ਪੁਰਖ ਕਹਿੰਦੇ ਨਾ, ਕਰਕੇ ਫਿਰ ਵਿੱਚ ਵਸਦਾ। ਤੂੰ ਸਾਰਿਆਂ ਵਿੱਚ ਇੱਕ ਸਮਾਨ ਹੋ ਕੇ ਫਿਰ ਵਸਦਾ ਹੈ। ਕੁਦਰਤ ਕਰਕੇ ਵਸਿਆ ਸੋਏ, ਬਣਾ ਕੇ ਸਾਰੀ ਕੁਦਰਤ ਨੂੰ, ਪ੍ਰਕਿਰਤੀ ਨੂੰ, ਫਿਰ ਉਹਦੇ ਸਾਰਿਆਂ ਦੇ ਵਿੱਚ ਇੱਕ ਸਮਾਨ ਹੋ ਕੇ ਵਸਦਾ, ਇੱਕ ਸਮਾਨ ਹੋ ਕੇ ਰਹਿੰਦਾ। ਤੋ ਮਹਾਰਾਜ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਕਹਿੰਦੇ ਵੇਖੋ ਏਕ ਸਮਾਨਾ। ਹੇ ਭਾਈ ਵੇਖੋ ਇੱਕੋ ਸਮਾਨ ਹੈ ਸਾਰਿਆਂ ਵਿੱਚ। ਚਲਦੀ ਹੋਈ ਕੀੜੀ ਨੂੰ ਵੇਖ ਕੇ ਤੇ ਹਾਥੀ ਨੂੰ ਵੇਖ ਕੇ ਅੰਦਾਜ਼ਾ ਨਾ ਲਾਇਓ ਕਿ ਜਿਹੜਾ ਹਾਥੀ ਹੈ ਇਹਦੇ 'ਚ ਵੱਡਾ ਪ੍ਰਮਾਤਮਾ ਹੈ ਤੇ ਕੀੜੀ ਜਿਹੜੀ ਇਹਦੇ 'ਚ ਛੋਟਾ ਹੈ। ਜਿੰਨਾ ਕੀੜੀ ਵਿੱਚ ਚੇਤਨਤਾ ਪਰਮੇਸ਼ਰ ਨੇ ਦਿੱਤੀ, ਓਨੀ ਚੇਤਨਤਾ ਹਾਥੀ ਨੂੰ ਦਿੱਤੀ ਹੈ। ਬਾਹਰਲੇ ਉਹਦੇ ਸਰੀਰ ਦੇ ਆਕਾਰ ਨੂੰ ਛੋਟਾ ਵੱਡਾ ਸਮਝ ਕੇ ਅਸੀਂ ਕਹਿ ਸਕਦੇ ਹਾਂ ਵੀ ਛੋਟਾ ਵੱਡਾ, ਪਰ ਵਿੱਚ ਉਹਦੇ ਜਿਹੜੀ ਪ੍ਰਮਾਤਮਾ ਦੀ ਚੇਤਨਤਾ ਹੈ ਉਹ ਇੱਕ ਸਮਾਨ ਹੈ, ਉਹ ਛੋਟੀ ਵੱਡੀ ਨਹੀਂ ਹੈ। ਉਹ ਸਾਰਿਆਂ ਵਿੱਚ ਇੱਕ ਸਮਾਨ ਹੋ ਕੇ ਵਰਤਦਾ ਹੈ। ਇਸ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰਹੁ ਗੁਮਾਨਾ। ਇਸ ਪਰਪੰਚ ਵਿੱਚ ਕੇਵਲ ਇੱਕ ਨਿਰੰਕਾਰ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਦੇ ਸੱਚੇ ਨਾਮ ਦੀ ਵਡਿਆਈ ਹੈ। ਅਕਾਲ ਪੁਰਖ ਦੇ ਸੱਚੇ ਨਾਮ ਦੀ ਵਡਿਆਈ ਹੈ, ਸੱਚੇ ਨਾਮ ਦੀ ਸੋਭਾ ਹੈ। ਮਤ ਕੋ ਧਰਹੁ ਗੁਮਾਨਾ। ਜਿਹੜੀਆਂ ਸੰਸਾਰ ਦੀਆਂ ਝੂਠੀਆਂ ਸ਼ੋਹਰਤਾਂ ਨੇ, ਝੂਠੀਆਂ ਵਡਿਆਈਆਂ ਨੇ, ਉਹਦਾ ਕੋਈ ਗੁਮਾਨ ਮਤ ਕਰੋ। ਜੇ ਕੋਈ ਸੰਸਾਰ ਦੇ ਕਿਸੇ ਪਰਪੰਚ ਦੀ ਤੁਹਾਨੂੰ ਵਡਿਆਈ ਮਿਲੀ ਹੈ, ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਉਹਦਾ ਹੰਕਾਰ ਨਾ ਕਰੋ, ਕਿਉਂਕਿ ਉਹ ਵਡਿਆਈ ਜਿਹੜੀ ਸੰਸਾਰ ਦੀ ਹੈ ਉਹ ਸदैवी ਨਹੀਂ ਹੈ। ਇਸ ਪਰਪੰਚ ਵਿੱਚ ਕੇਵਲ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਸੱਚੇ ਨਾਮ ਦੀ ਵਡਿਆਈ ਹੈ, ਜਿਹੜੀ ਸਤ ਹੈ ਔਰ ਸदैवी ਹੈ। ਉਹ ਜਿਸ ਮਹਾਂਪੁਰਸ਼ ਦੀ ਹੋਈ ਉਹ ਵਡਿਆਈ ਉਹਦੇ ਸਮੇਂ 'ਚ ਹੋਈ ਤੇ ਬਾਅਦ ਵਿੱਚ ਵੀ ਹੋਈ, ਹੁਣ ਵੀ ਹੋ ਰਹੀ ਹੈ ਤੇ ਅੱਗੇ ਨੂੰ ਵੀ ਹੁੰਦੀ ਰਹੇਗੀ। ਕਬੀਰ ਜੈਸੇ, ਰਵਿਦਾਸ ਜੈਸੇ ਮਹਾਂਪੁਰਸ਼ਾਂ ਨੂੰ ਸੱਚੇ ਨਾਮ ਦੀ ਵਡਿਆਈ ਪ੍ਰਾਪਤ ਹੋਈ, ਉਹ ਅੱਜ ਵੀ ਅੱਗੇ ਵੀ ਰਹੇਗੀ। ਤੋ ਪਾਤਸ਼ਾਹ ਕਹਿੰਦੇ ਇਸ ਪਰਪੰਚ ਦੇ ਵਿੱਚ, ਪਰਪੰਚ ਦਾ ਮਤਲਬ ਹੁੰਦਾ ਹੈ ਜੋ ਅਸੀਂ ਆਪਣੀ ਮਰਜ਼ੀ ਦੇ ਮੁਤਾਬਕ ਰਚ ਲਿਆ ਹੈ, ਉਹਨੂੰ ਪਰਪੰਚ ਕਹਿੰਦੇ ਆ। ਆਪਣੀ ਮਰਜ਼ੀ ਮੁਤਾਬਕ ਰਚਿਆ ਹੋਇਆ। ਆ ਫਲਾਣਾ ਹੈ, ਇਹ ਅਮਕਾ, ਇਹ ਫਲਾਣੀ ਜਾਤੀ, ਇਹ ਫਲਾਣੀ ਬਰਾਦਰੀ, ਇਹ ਫਲਾਣੇ ਧਰਮ ਦਾ, ਇਹ ਫਲਾਣੇ ਮਜ਼ਹਬ ਦਾ, ਇਹ ਫਲਾਣੇ ਦੇਸ਼ ਦਾ, ਇਹ ਸਾਡਾ ਬਣਾਇਆ ਪਰਪੰਚ ਹੈ ਨਾ। ਪਰਮਾਤਮਾ ਨੇ ਤਾਂ ਇੱਕ ਧਰਤੀ ਬਣਾਈ, ਧਰਤੀ ਤੇ ਮਨੁੱਖ ਬਣਾਏ, ਮਨੁੱਖ ਨੇ ਅੱਗੋਂ ਵੱਖੋ ਵੱਖਰੇ ਦੇਸ਼ ਬਣਾਏ, ਦੇਸ਼ਾਂ ਵਿੱਚ ਵੱਖੋ ਵੱਖਰੇ ਸੂਬੇ ਬਣਾਏ, ਸੂਬਿਆਂ ਵਿੱਚ ਵੱਖੋ ਵੱਖਰੀਆਂ ਜਾਤੀਆਂ ਬਣਾਈਆਂ, ਵੱਖੋ ਵੱਖਰੇ ਧਰਮ ਬਣਾਏ, ਵੱਖੋ ਵੱਖਰੇ ਮਜ਼ਹਬ ਬਣਾਏ, ਫਿਰਕੇ ਬਣਾਏ। ਇਹ ਪਰਪੰਚ ਤਾਂ ਮਨੁੱਖ ਦਾ ਰਚਿਆ ਹੋਇਆ ਨਾ। ਤੋ ਉਹਨੂੰ ਕਹਿੰਦੇ ਨੇ ਪਰਪੰਚ। ਇਸ ਪਰਪੰਚ ਵਿੱਚ ਕੇਵਲ ਤਾਂ ਕੇਵਲ ਇੱਕ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਸੱਚੇ ਨਾਮ ਦੀ ਵਡਿਆਈ ਹੈ,
ਇਸ ਕਰਕੇ हे ਭਾਈ ਆਪਣੇ ਮਨ 'ਚ ਝੂਠਾ ਗੁਮਾਨ ਨਾ ਕਰੋ। ਸਤਿਗੁਰ ਕੀ ਜਿਸਨੋ ਮਤ ਆਵੈ, ਸੋ ਸਤਿਗੁਰ ਮਾਹੇ ਸਮਾਨਾ। ਸਤਿਗੁਰਾਂ ਦੀ ਜਿਸ ਨੂੰ ਮੱਤ ਆਉਂਦੀ ਹੈ, ਜਿਹਨੂੰ ਗੁਰੂ ਦੀ ਮੱਤ ਆ ਜਾਏ, ਜਿਹੜਾ ਗੁਰੂ ਦੀ ਮੱਤ ਦਾ ਧਾਰਨੀ ਹੋ ਜਾਏ, ਉਹ ਫਿਰ ਸਤਿਗੁਰਾਂ ਦੇ ਵਿੱਚ ਹੀ ਸਮਾ ਕੇ ਇੱਕਮਿਕ ਹੋ ਜਾਂਦਾ। ਗੁਰੂ ਦੀ ਮੱਤ ਆ ਜਾਵੇ, ਜਿਸ ਨੂੰ ਆ ਜਾਂਦੀ ਹੈ, ਉਹ ਫਿਰ ਸਤਿਗੁਰਾਂ ਦੇ ਵਿੱਚ ਹੀ ਸਮਾ ਜਾਂਦਾ, ਗੁਰੂ ਵਿੱਚ ਹੀ ਇੱਕਮਿਕ ਹੋ ਜਾਂਦਾ ਹੈ। ਇਹ ਬਾਣੀ ਜੋ ਜੀਉ ਜਾਣੈ, ਤਿਸ ਅੰਤਰ ਰਵੈ ਹਰ ਨਾਮਾ। ਕਹਿੰਦੇ ਇਹ ਬਾਣੀ ਜਿਹੜਾ ਜੀਉ ਆਪਣੇ ਹਿਰਦੇ ਵਿੱਚ ਜਾਣ ਲੈਂਦਾ ਕਿ ਇਹ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਜੋ ਕਹਿ ਰਹੀ ਹੈ ਸੱਤ ਹੈ, ਉਹਦੇ ਅੰਦਰ ਫਿਰ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਰਮ ਜਾਂਦਾ ਹੈ, ਵਸ ਜਾਂਦਾ ਹੈ। ਜਿਹੜਾ ਇਸ ਬਾਣੀ ਨੂੰ ਆਪਣੇ ਹਿਰਦੇ ਵਿੱਚ ਨਿਰੰਕਾਰ ਦੀ ਬਾਣੀ ਸਮਝ ਕੇ ਜਾਣ ਕੇ ਵਸਾ ਲੈਂਦਾ ਹੈ, ਇਸ ਬਾਣੀ ਦੀ ਮਹਿਮਾ ਨੂੰ ਜਾਣ ਲੈਂਦਾ ਹੈ, ਉਹਦੇ ਅੰਦਰ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਵਸਦਾ ਹੈ। ਰਹਾਉ ਚਾਹੋ ਜੁਗਾ ਕਾ ਹੁਣ ਨਿਬੇੜਾ, ਨਰ ਮਨੁੱਖਾ ਨੋ ਏਕ ਨਿਦਾਨਾ। ਹੁਣ 4 ਯੁੱਗਾਂ ਦੇ ਨਿਬੇੜੇ ਦਾ ਯੁੱਗ ਹੈ ਇਹ ਕਲਯੁਗ। ਬਹੁਤਿਆਂ ਕਿਹਾ ਕਲਯੁਗ ਮਾੜਾ ਹੁੰਦਾ, ਮਹਾਰਾਜ ਜੀ ਕਹਿੰਦੇ ਵੀ ਨਿਬੇੜੇ ਦਾ ਯੁੱਗ ਹੈ, ਵੀ ਹੁਣ ਹੰਨੇ ਬੰਨੇ ਗੱਲ ਲੱਗਣੀ ਹੈ। 3 ਯੁੱਗਾਂ ਦੇ ਵਿੱਚ ਭਟਕਦਿਆਂ ਜ਼ਿੰਦਗੀ ਬਤੀਤ ਕਰ ਦਿੱਤੀ ਹੈ, ਹੁਣ ਇਹ ਕਲਯੁਗ ਦਾ ਸਮਾਂ, ਇਹ ਤਾਂ ਨਿਬੇੜੇ ਦਾ। ਐ ਕਰ ਕਰੇ ਸੋ ਐ ਕਰ ਪਾਏ ਦੀ ਖੇਡ। ਪਾਤਸ਼ਾਹ ਕਹਿੰਦੇ ਹੁਣ ਇਹ ਨਿਬੇੜੇ ਦਾ ਯੁੱਗ ਹੈ। ਨਰ ਮਨੁੱਖਾਂ ਨੂੰ, ਨਰ ਮਨੁੱਖਾ ਨਾਮ ਇਸਤਰੀਆਂ ਦਾ ਵੀ ਕਈਆਂ ਵਿਦਵਾਨਾਂ ਨੇ ਅਰਥ ਕੀਤਾ, ਮਨੁੱਖਾ ਇਸਤਰੀਆਂ ਨੂੰ ਕਿਹਾ ਜਾਂਦਾ, ਨਰ ਮਰਦਾਂ ਨੂੰ ਕਿਹਾ ਜਾਂਦਾ ਹੈ। ਮਰਦਾਂ ਔਰ ਇਸਤਰੀਆਂ ਵਾਸਤੇ ਇੱਕੋ ਖਜ਼ਾਨਾ ਹੈ ਪਰਮੇਸ਼ਰ ਦੇ ਨਾਮ ਦਾ। ਇਹਦੇ ਵੀ ਇਸਤਰੀਆਂ ਨੂੰ ਕੋਈ ਹੋਰ ਗੁਰਮੰਤਰ ਦਿੱਤਾ ਜਾਂਦਾ ਹੈ ਤੇ ਜਿਹੜੇ ਮਨੁੱਖ ਨੇ ਉਹਨਾਂ ਨੂੰ ਹੋਰ ਗੁਰਮੰਤਰ ਦਿੱਤਾ ਜਾਂਦਾ। ਗੁਰੂ ਨਾਨਕ ਦੇ ਘਰ ਵਿੱਚ ਦੋਨਾਂ ਨੂੰ ਇੱਕੋ ਗੁਰਮੰਤਰ ਦਿੱਤਾ ਜਾਂਦਾ, ਫਰਕ ਨਹੀਂ ਰੱਖਿਆ। ਬਹੁਤ ਸਾਰੇ ਧਰਮਾਂ ਮਜ਼ਹਬਾਂ ਦੇ ਵਿੱਚ ਫਰਕ ਰੱਖਿਆ ਜਾਂਦਾ ਹੈ, ਪਰ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਕੋਈ ਫਰਕ ਨਹੀਂ ਰੱਖਿਆ ਜਾਂਦਾ। ਇੱਥੇ ਦੋਨਾਂ ਨੂੰ ਜਪਣ ਵਾਸਤੇ ਹੁਕਮ ਹੈ, ਚਾਹੇ ਕੋਈ ਇਸਤਰੀ ਹੈ ਚਾਹੇ ਕੋਈ ਪੁਰਖ ਹੈ। ਹਾਂਜੀ। ਜਤ ਸੰਜਮ ਤੀਰਥ ਉਹਨਾਂ ਜੁਗਾ ਕਾ ਧਰਮ ਹੈ, ਕਲ ਮਹਿ ਕੀਰਤ ਹਰ ਨਾਮਾ। ਜਤ ਰੱਖਣਾ, ਸੰਜਮ ਰੱਖਣੇ, ਤੀਰਥਾਂ ਦਾ ਰਟਨ ਭਰਮਣ ਕਰਨਾ, ਯੱਗ ਕਰਨੇ, ਹਵਨ ਕਰਨੇ, ਇਹ ਜਿੰਨੇ ਵੀ ਕਰਮ ਨੇ ਇਹ ਸਾਰੇ ਕਰਮ ਉਹਨਾਂ ਯੁੱਗਾਂ ਦੇ ਧਰਮ ਸੀ ਜਿਹੜੇ ਪਹਿਲੇ ਯੁੱਗ ਬੀਤ ਗਏ ਨੇ। ਕਲਯੁਗ ਵਿੱਚ ਤਾਂ ਇੱਕੋ ਕਰਮ ਤੇ ਇੱਕੋ ਧਰਮ ਸਭ ਤੋਂ ਸ੍ਰੇਸ਼ਟ ਹੈ, ਤਾਂ ਉਹ ਹੈ ਹਰੀ ਪਰਮੇਸ਼ਰ ਦੀ ਕੀਰਤੀ ਕਰਨੀ ਤੇ ਉਹਦਾ ਨਾਮ ਜਪਣਾ। ਕਲਮ ਹੈ ਕੀਰਤ ਹਰ ਨਾਮਾ, ਕਲਯੁਗ ਵਿੱਚ ਹਰੀ ਨਾਮ ਦੀ ਕੀਰਤੀ ਸਭ ਤੋਂ ਸ਼੍ਰੋਮਣੀ। ਬਾਕੀ ਜਿੰਨੇ ਕਰਮ ਧਰਮ ਜਤ ਸਤ ਆਦਿਕ ਸਾਨੇ ਉਹਨਾਂ ਯੁੱਗਾਂ ਦੇ ਧਰਮ ਸੀ। ਕਲੀ ਕਾਲ ਦੇ ਵਿੱਚ ਕੇਵਲ ਹਰੀ ਅਕਾਲ ਪੁਰਖ ਜੀ ਦੇ ਅੰਮ੍ਰਿਤ ਨਾਮ ਦੀ ਕੀਰਤੀ ਦਾ ਹੀ ਸ੍ਰੇਸ਼ਟ ਕਰਮ ਕਿਹਾ ਜਾ ਸਕਦਾ ਹੈ। ਜੁਗ ਜੁਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਨਾ। ਜਿਹੜਾ ਸਤਯੁਗ ਦਾ ਧਰਮ ਸੀ ਉਹ ਸਤਯੁਗ 'ਚ ਲਾਗੂ ਸੀ, ਜਿਹੜਾ ਤ੍ਰੇਤੇ ਦਾ ਸੀ ਉਹ ਤ੍ਰੇਤੇ 'ਚ, ਜਿਹੜਾ ਦੁਆਪਰ ਦਾ ਉਹ ਦੁਆਪਰ 'ਚ, ਤੇ ਕਲਯੁਗ ਵਿੱਚ ਤਾਂ ਕਲਯੁਗ ਦਾ ਹੀ ਚੱਲਣਾ ਨਾ। ਹੁਣ ਕਲਯੁਗ ਦਾ ਧਰਮ ਸਤਯੁਗ 'ਚ ਲਾਗੂ ਨਹੀਂ ਕਰ ਸਕਦੇ ਤੇ ਸਤਯੁਗ ਦਾ ਧਰਮ ਕਲਯੁਗ 'ਚ ਲਾਗੂ ਨਹੀਂ ਹੋ ਸਕਦਾ। ਹਰ ਯੁੱਗ ਦਾ ਆਪੋ ਆਪੋ ਆਪਣਾ ਧਰਮ ਹੈ। ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ, ਪਾਤਸ਼ਾਹ ਕਹਿੰਦੇ ਤੁਸੀਂ ਵੇਦ ਤੇ ਪੁਰਾਣ ਘੋਖ ਕੇ ਵੇਖ ਲਓ, ਸੋਧ ਦੇਖੋ, ਵੇਖ ਲਓ ਘੋਖ ਕੇ ਵੇਦ ਕੀ ਕਹਿੰਦੇ ਨੇ, ਪੁਰਾਣ ਕੀ ਕਹਿੰਦੇ ਨੇ।
ਕਲਯੁਗ ਵਿੱਚ ਕੇਵਲ ਹਰੀ ਅਕਾਲ ਪੁਰਖ ਜੀ ਦੇ ਨਾਮ ਦੀ ਕੀਰਤੀ ਦਾ ਮਹਾਤਮ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਕਲਯੁਗ ਵਿੱਚ ਕੇਵਲ ਪਰਮੇਸ਼ਰ ਦੇ ਨਾਮ ਦੀ ਕੀਰਤੀ ਦਾ ਸ੍ਰੇਸ਼ਟ ਕਰਮ ਹੈ, ਇਸੇ ਦੀ ਪ੍ਰਮਾਣਿਕਤਾ ਹੈ। ਹਾਂਜੀ। ਗੁਰਮੁਖ ਜਿਨੀ ਤੇ ਆਇਆ ਹਰ ਹਰ, ਜਗ ਤੇ ਪੂਰੇ ਪਰਵਾਨਾ। ਜਿਨ੍ਹਾਂ ਨੇ ਗੁਰੂ ਦੇ ਮੁਖ ਦੁਆਰਾ ਅੰਮ੍ਰਿਤ ਨਾਮ ਦੀ ਪ੍ਰਾਪਤੀ ਕਰਕੇ ਉਸ ਨਾਮ ਨੂੰ ਆਰਾਧਿਆ, ਪਾਤਸ਼ਾਹ ਕਹਿੰਦੇ ਉਹਨਾਂ ਦਾ ਇਸ ਜਗਤ ਵਿੱਚ ਆਉਣਾ ਪ੍ਰਵਾਨ ਹੈ। ਉਹ ਪੂਰੇ ਨੇ ਔਰ ਉਹਨਾਂ ਦਾ ਆਉਣਾ ਪ੍ਰਵਾਨ ਹੈ। ਜਿਨ੍ਹਾਂ ਨੇ ਗੁਰੂ ਦੇ ਮੁਖ ਦੁਆਰਾ ਅੰਮ੍ਰਿਤ ਨਾਮ ਦੀ ਪ੍ਰਾਪਤੀ ਕਰਕੇ ਨਾਮ ਨੂੰ ਆਰਾਧਿਆ, ਨਾਮ ਨੂੰ ਧਿਆਇਆ, ਨਾਮ ਨੂੰ ਜਪਿਆ, ਨਾਮ ਨੂੰ ਸਿਮਰਿਆ, ਉਹਨਾਂ ਦਾ ਇਸ ਜਗਤ ਵਿੱਚ ਆਉਣਾ ਪ੍ਰਵਾਨ ਹੈ। ਉਹ ਪੂਰੇ ਹਨ, ਯਾਨੀ ਕਿ ਉਹਨਾਂ ਦੀ ਜ਼ਿੰਦਗੀ ਸਫਲੀ ਔਰ ਸਕਾਰਥੀ ਹੈ। ਕਹਿਤ ਨਾਨਕ ਸੱਚੇ ਸਿਓ ਪ੍ਰੀਤ ਲਾਏ, ਚੁਕੈ ਮਨ ਅਭਿਮਾਨਾ। ਧੰਨ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਫਰਮਾਉਂਦੇ ਹਨ, ਸੱਚੇ ਸਿਉ ਪ੍ਰੀਤ ਲਾਏ। ਜਿਨ੍ਹਾਂ ਨੇ ਸੱਚੇ ਨਾਲ ਆਪਣੀ ਪ੍ਰੀਤ ਲਾਈ, ਉਹਨਾਂ ਦੇ ਹਿਰਦੇ ਚੋਂ ਅਭਿਮਾਨ ਚੁੱਕ ਜਾਂਦਾ, ਦੂਰ ਹੋ ਜਾਂਦਾ। ਉਹ ਕਹਿੰਦੇ ਕਾਹਦਾ ਅਭਿਮਾਨ ਕਰਨਾ, ਜੋ ਹੈ ਹੀ ਨਹੀਂ ਸਾਡਾ ਉਸ ਦਾ ਅਭਿਮਾਨ ਕੀ। ਆਪਣੇ ਦਾ ਅਭਿਮਾਨ ਕੀਤਾ ਜਾਂਦਾ, ਜੋ ਆਪਣਾ ਹੈ ਹੀ ਨਹੀਂ, ਇੱਕ ਛਿਨ ਚ ਛੱਡ ਕੇ ਚਲਿਆ ਜਾਣਾ, ਉਹਦਾ ਅਭਿਮਾਨ ਕੀ। ਚਾਹੇ ਉਹ ਤਨ ਦਾ ਅਭਿਮਾਨ ਹੈ, ਚਾਹੇ ਇਸ ਤਨ ਨਾਲ ਜੁੜੇ ਹੋਏ ਪਦਾਰਥਾਂ ਦਾ ਅਭਿਮਾਨ। ਕਾਹਦਾ ਅਭਿਮਾਨ? ਤਨ ਦੇ ਅਭਿਮਾਨ ਤੋਂ ਪਰੇ ਹੋ ਕੇ ਸਵੈ ਆਤਮ ਅਭਿਮਾਨ ਕਿ ਮੈਂ ਆਤਮਾ ਦਾ ਸਰੂਪ ਹਾਂ, ਮੇਰਾ ਰੂਪ ਮੇਰੀ ਆਤਮਾ ਹੈ, ਇਹ ਸ੍ਰੇਸ਼ਟ ਹੈ। ਤਨ ਅਭਿਮਾਨੀ ਕੇਵਲ ਤਨ ਦੀਆਂ ਕਿਰਿਆਵਾਂ ਪ੍ਰਕਿਰਿਆਵਾਂ ਨਾਲ ਜੁੜੇ ਰਹਿੰਦੇ ਆ, ਪਰ ਜਿਹੜੇ ਅੰਦਰੋਂ ਆਤਮਾ ਦੇ ਅਭਿਮਾਨ ਵਿੱਚ, ਅਹੰ ਬ੍ਰਹਮ ਦੇ ਅਭਿਮਾਨ ਵਿੱਚ, ਜਿਹਨੂੰ ਸ਼ੁੱਧ ਅਭਿਮਾਨ ਕਹਿੰਦੇ, ਅਹੰ ਬ੍ਰਹਮ, ਮੈਂ ਬ੍ਰਹਮ ਹਾਂ, ਇਹਦੇ ਨਾਲ ਜੁੜਦੇ ਨੇ, ਉਹ ਰਸ ਮਾਣਦੇ ਨੇ ਆਪਣੇ ਆਪੇ ਦਾ, ਆਤਮ ਰਸ। ਤੋ ਸਾਹਿਬ ਜੀ ਕਹਿੰਦੇ ਭਾਈ ਜਿਹੜੇ ਸੱਚੇ ਨਾਲ ਪ੍ਰੀਤ ਲਾਉਂਦੇ ਐ, ਉਹਨਾਂ ਦੇ ਮਨ ਚੋਂ ਜਿਹੜਾ ਝੂਠਾ ਅਭਿਮਾਨ ਹੈ ਸੰਸਾਰ ਦਾ, ਉਹ ਅਭਿਮਾਨ ਉਹਨਾਂ ਦੇ ਹਿਰਦਿਆਂ ਚੋਂ ਚੁੱਕ ਜਾਂਦਾ, ਦੂਰ ਹੋ ਜਾਂਦਾ ਹੈ। ਕਹਿਤ ਸੁਣਤ ਸਭੇ ਸੁਖ ਪਾਵਹਿ, ਮਾਨਤ ਪਾਹੇ ਨਿਧਾਨਾ। ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਦਾ ਅੰਮ੍ਰਿਤ ਨਾਮ ਕਹਿੰਦਿਆਂ ਜਦੋਂ ਰਸਨਾ ਤੋਂ ਕਹੀਏ ਵਾਹਿਗੁਰੂ, ਫਿਰ ਦੂਸਰਾ ਸੁਨਤ, ਰਸਨਾ ਨਾਲ ਵਾਹਿਗੁਰੂ ਕਹਿ ਕੇ ਕੰਨਾਂ ਨਾਲ ਸੁਣਦਿਆਂ, ਫਿਰ ਉਹਨੂੰ ਆਪਣੇ ਹਿਰਦੇ 'ਚ ਮੰਨਦਿਆਂ, ਮਹਾਰਾਜ ਜੀ ਕਹਿੰਦੇ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ ਤੇ ਸਾਰੇ ਖਜ਼ਾਨੇ ਮਿਲ ਜਾਂਦੇ ਨੇ। ਕਹਿਤ ਸੁਨਤ ਸਭੇ ਸੁਖ ਪਾਵਹਿ, ਮਾਨਤ ਪਾਹੇ ਨਿਧਾਨਾ। ਇਸ ਨਾਮ ਨੂੰ ਕਹਿੰਦਿਆਂ ਤੇ ਸੁਣਦਿਆਂ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ, ਔਰ ਜੇ ਇਹਨੂੰ ਆਪਣੇ ਹਿਰਦੇ 'ਚ ਮੰਨ ਲਈਏ ਵੀ ਇਹੀ ਸੱਚ ਹੈ, ਤਾਂ ਫਿਰ ਸਾਰੇ ਖਜ਼ਾਨੇ ਵੀ ਪ੍ਰਾਪਤ ਹੋ ਜਾਂਦੇ ਨੇ। ਇਹ ਐਸਾ ਨਾਮ ਨਿਧਾਨ ਹੈ, ਅੰਮ੍ਰਿਤ ਨਾਮ ਨਿਧਾਨ ਹੈ, ਅੰਮ੍ਰਿਤ ਨਾਮ ਨਿਧਾਨ ਹੈ, ਅੰਮ੍ਰਿਤ ਨਾਮ ਨਿਧਾਨ ਹੈ, ਅੰਮ੍ਰਿਤ ਨਾਮ ਨਿਧਾਨ ਹੈ। ਮਿਲ ਪੀਵੋ ਭਾਈ, ਮਿਲ ਪੀਵੋ ਭਾਈ, ਮਿਲ ਪੀਵੋ ਪਾਈ, ਮਿਲ ਪੀਵੋ ਪਾਈ, ਮਿਲ ਪੀਵੋ ਭਾਈ, ਮਿਲ ਪੀਵੋ ਭਾਈ, ਮਿਲ ਪੀਵੋ ਪਾਈ, ਮਿਲ ਪੀਵੋ
ਮੋਹ ਪਾਈ। ਜਦੋਂ ਇਸ ਨਾਮ ਨੂੰ ਕੋਈ ਮੰਨਦਾ ਤਾਂ ਉਹਨੂੰ ਵਿੱਚੋਂ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਨੇ, ਕਿਉਂਕਿ ਨਾਮ ਵਰਗਾ ਖਜ਼ਾਨਾ ਦੁਨੀਆ 'ਚ ਕੋਈ ਨਹੀਂ। ਤਾਂ ਮੇਰੇ ਸਾਹਿਬ ਇਹਨੂੰ ਅੰਮ੍ਰਿਤ ਨਾਮ ਨਿਧਾਨ ਕਹਿੰਦੇ। ਨਿਧਾਨ ਦਾ ਮਤਲਬ ਹੁੰਦਾ ਖਜ਼ਾਨਾ। ਜਦੋਂ ਨਿਧਾਨ ਲਿਖਿਆ ਹੋਵੇਗਾ ਨਾ ਤੱਦੇ ਨਾਲ, ਫਿਰ ਹੋਏਗਾ ਅਰਥ ਖਜ਼ਾਨਾ। ਜਦੋਂ ਤੱਦੇ ਦੀ ਥਾਂ ਤੇ ਦੱਦਾ ਲੱਗਾ ਹੋਵੇਗਾ ਤੇ ਨਿਦਾਨਾ ਪਾਠ ਹੋਵੇਗਾ, ਨਿਦਾਨਾ ਪੋਲਾ ਜਿਹਾ, ਉਹਦਾ ਅਰਥ ਹੋਵੇਗਾ ਅੰਤ। ਅਸੀਂ ਕਈ ਵਾਰ ਦੱਦੇ ਨਾਲ ਲਿਖਿਆ ਨਿਦਾਨ ਸ਼ਬਦ ਵੀ ਨਿਦਾਨਾ ਕਹਿ ਕੇ, ਨਿਦਾਨ ਕਹਿ ਕੇ ਪੜ੍ਹ ਜਾਂਦੇ ਹਾਂ। ਦੋਨਾਂ ਦਾ ਅਰਥ ਫਰਕ ਪੈ ਜਾਂਦਾ। ਜਬ ਆਪ ਕੀ ਔਧ ਨਿਦਾਨ ਕਹਿ ਦਿੰਨੇ ਆਪਾਂ, ਉੱਥੇ ਨਿਦਾਨ ਨਹੀਂ ਹੈ, ਦੱਦੇ ਨਾਲ ਹੈ ਨਿਦਾਨ। ਜਦੋਂ ਮੇਰੀ ਉਮਰ ਦਾ ਅੰਤ ਹੋਵੇਗਾ। ਨਿਦਾਨ ਦਾ ਮਤਲਬ ਅੰਤ, ਸਮਾਪਤੀ। ਤੋ ਸਾਹਿਬ ਕਹਿੰਦੇ ਅੰਮ੍ਰਿਤ ਨਾਮ ਦਾ ਇਹ ਖਜ਼ਾਨਾ ਹੈ, ਜਿਹੜਾ ਜਪੇਗਾ ਉਹਨੂੰ ਪ੍ਰਾਪਤ ਹੋਵੇਗਾ।